ਸਤਿਕਾਰਯੋਗ ਮਾਨਯੋਗ ਗੁਰੂ ਰੂਪ ਸਤਿਗੁਰੂ ਜੀ ਦੇ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਿਆਰਿਓ, ਸੱਚ ਤੇ ਝੂਠ ਦਾ ਵਿਵਾਦ ਧਾਰਮਿਕ ਨਾਵਲ। ਅੱਜ ਦਿਨ ਮੰਗਲਵਾਰ 28 ਦਸੰਬਰ 2021, 9ਵੀਂ ਕਿਸ਼ਤ ਸਰਵਨ ਕਰੋ। ਸਾਨਕ ਆਦਿ ਦਾ ਭਤੀਜਾ, ਮਰੀਚ ਦਾ ਪੁੱਤਰ, ਬ੍ਰਹਮਾ ਜੀ ਦਾ ਪੋਤਰਾ, ਕਸ਼ਿਪ ਰਿਖੀ ਦੇ ਨਾਮ 'ਤੇ ਬਣਿਆ ਕਸ਼ਮੀਰ, ਜਿਸ ਨੂੰ ਜੰਮੂ ਕਸ਼ਮੀਰ ਦਾ ਨਾਮ ਨਾਲ ਵੀ ਜਾਣਦੇ ਹਾਂ। ਇਸ ਕਸ਼ਮੀਰ ਵਿੱਚ ਹਿੰਦੂਆਂ ਦੇ ਪ੍ਰਤੀਨਿਧਾਂ ਬ੍ਰਾਹਮਣਾਂ ਨੇ ਮੰਦਰ ਵਿੱਚ ਜਾ ਕੇ ਸ਼ਿਵ ਜੀ ਦੀ ਮੂਰਤੀ ਅੱਗੇ ਆਪਣੇ ਧਰਮ ਦੀ ਰੱਖਿਆ ਲਈ ਤਰਲੇ ਮਿੰਨਤਾਂ ਬੇਨਤੀਆਂ ਕੀਤੀਆਂ। ਤਾਂ ਕਿਹਾ ਜਾਂਦਾ ਹੈ ਕਿ ਮੰਦਰ ਵਿੱਚੋਂ ਅਗੰਮੀ ਆਵਾਜ਼ ਸੁਣਾਈ ਦਿੱਤੀ ਕਿ ਪੰਜਾਬ ਵਿੱਚ ਜਾਓ, ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ 'ਤੇ ਬਿਰਾਜਮਾਨ 9ਵੇਂ ਗੁਰੂ ਜੀ ਤੁਹਾਡੀ ਰੱਖਿਆ ਕਰਨਗੇ। ਇਹ ਸੁਣ ਕੇ ਕਿਰਪਾ ਰਾਮ ਜੀ ਦੀ ਅਗਵਾਈ ਵਿੱਚ ਪ੍ਰਤੀਨਿਧਾਂ ਦਾ ਜਥਾ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ ਅਤੇ ਫਰਿਆਦੀ ਹੋਇਆ। 9ਵੇਂ ਗੁਰੂ ਜੀ ਨੇ 10ਵੇਂ ਗੁਰੂ ਜੀ ਦੀ ਸਹਿਮਤੀ ਨਾਲ ਕਿਹਾ, ਜਾ ਕੇ ਰੰਗੇ ਨੂੰ ਕਹੋ ਕਿ ਸਾਡੇ ਗੁਰੂ ਨੂੰ ਤੁਰਕ ਬਣਾ ਲਓ। ਜੇ ਅਸਾਂ ਦਾ ਗੁਰੂ ਮੁਸਲਮਾਨ ਬਣ ਗਿਆ ਤਾਂ ਅਸੀਂ ਸਭ ਆਪੇ ਹੀ ਮੁਸਲਮਾਨ ਬਣ ਜਾਵਾਂਗੇ। ਜਦੋਂ ਜਾ ਕੇ ਰੰਗੇ ਨੂੰ ਕਿਹਾ ਤਾਂ ਸੁਣ ਕੇ ਰੰਗੇ ਨੇ ਕਿਹਾ, ਫੜ ਕੇ ਲਿਆਓ ਇਹਨਾਂ ਦੇ ਪੀਰ ਗੁਰੂ ਨੂੰ, ਬਣਾਓ ਮੁਸਲਮਾਨ। ਲੱਭ ਗਿਆ, ਪਛਾਣ ਲਿਆ, ਇਹੋ ਹੈ ਜਿਸ ਨੂੰ ਭਾਲਦੇ ਸੀ। 3 ਜਨਮ ਹੋ ਗਏ ਅਸਾਂ ਰਾਖਸ਼ਾਂ ਨੂੰ ਧੋਖਾ ਦਿੰਦੇ ਨੂੰ। ਫੜ ਕੇ ਲਿਆਓ, ਕਰੋ ਬੰਦ ਪਿੰਜਰੇ 'ਚ, ਕਰਾਂਗੇ ਗੱਲ ਸਾਹਮਣੇ ਬੈਠ ਕੇ। ਪਿੰਜਰੇ 'ਚ ਬੰਦ ਕਰਕੇ ਕੈਦ ਕਰਕੇ ਬੜਾ ਖੁਸ਼ ਹੋਇਆ। ਕੋਲ ਬੈਠ ਕੇ ਕਹਿਣ ਲੱਗਾ, ਕਦੇ ਵਰਾ ਰੂਪ ਹੋ ਕੇ, ਕਦੇ ਨਰਸਿੰਘ ਰੂਪ ਹੋ ਕੇ, ਕਦੇ ਰਾਮ ਅਤੇ ਕਦੇ ਕ੍ਰਿਸ਼ਨ ਬਣ ਕੇ ਧੋਖਾ ਦਿੰਦਾ ਸੀ। ਹੁਣ ਦੱਸ, ਜੇ ਮੈਂ ਕੰਸ ਹੁੰਦਾ ਹੋਇਆ ਮਰਨ ਸਮੇਂ ਤੇਰੇ ਮੂੰਹ 'ਚ ਵੜਨ ਦੀ ਗਲਤੀ ਕਰ ਲੈਂਦਾ ਤਾਂ ਅੱਜ ਵਾਲਾ ਆਨੰਦ ਕਿਵੇਂ ਮਾਣਦਾ। ਮੇਰੀਆਂ 3 ਗੱਲਾਂ 'ਚੋਂ ਜੋ ਚਾਹੇ ਪ੍ਰਵਾਨ ਕਰੋ। ਪਹਿਲੀ ਗੱਲ, ਕਰਾਮਾਤ ਦਿਖਾਓ। ਦੂਜੀ ਗੱਲ, ਜਾਂ ਮੁਸਲਮਾਨ ਬਣੋ। ਤੀਜੀ ਗੱਲ, ਜੇਕਰ ਦੋਵੇਂ ਗੱਲਾਂ ਪ੍ਰਵਾਨ ਨਹੀਂ ਤਾਂ ਮੌਤ ਕਬੂਲ ਕਰੋ। ਗੁਰੂ ਜੀ ਨੇ ਉੱਤਰ 'ਚ ਕਿਹਾ, ਕਰਾਮਾਤ ਦਿਖਾਲਣਾ ਗੁਰੂ ਨਾਨਕ ਦੇਵ ਜੀ ਦੀ ਮੱਤ ਅਨੁਸਾਰ ਕਹਿਰ ਹੈ। ਮੁਸਲਮਾਨ ਬਣ ਕੇ ਮੌਤ ਟਲਦੀ ਨਹੀਂ। ਮੁਸਲਮਾਨ ਕਿਹੜਾ ਮਰਦੇ ਨਹੀਂ। ਮੌਤ ਸਭ ਨੂੰ ਆਵੇਗੀ, ਅਵੱਸ਼ ਆਵੇਗੀ। ਅਸਾਂ ਦੇ ਧਰਮ 'ਚ ਰਹਿੰਦਿਆਂ ਸਾਨੂੰ ਮੌਤ ਕਬੂਲ ਹੈ। ਰੰਗਾ ਆਪਣੇ ਅਹਿਲਕਾਰਾਂ ਨੂੰ ਕਹਿੰਦਾ, ਦੇਖਿਆ ਮੌਤੋਂ ਡਰਦਾ ਨਹੀਂ। ਇਹਦੀਆਂ ਅੱਖਾਂ ਸਾਹਮਣੇ ਇਹਦੇ ਮਰੀਦਾਂ ਚੇਲਿਆਂ ਨੂੰ ਐਸਾ ਤੜਫਾ ਕੇ ਮਾਰੋ, ਸ਼ਹੀਦ ਕਰੋ ਕਿ ਭੈ ਭੀਤ ਹੋ ਕੇ ਡਰ ਕੇ ਮੁਸਲਮਾਨ ਬਣ ਜਾਵੇ। ਸੱਚ ਕੀ ਹੈ ਅਤੇ ਝੂਠ ਕੀ ਹੈ ਅਤੇ ਵਿਵਾਦ ਕੀ ਹੈ। ਉੱਤਰ, ਜਿਸ ਧਰਮ ਰੀਤੀ ਰਿਵਾਜ ਵਿੱਚ ਇਨਸਾਨ ਨੇ ਜਨਮ ਲਿਆ, ਉਸੇ ਅਨੁਸਾਰ ਰਚਣਹਾਰ ਵਾਹਿਗੁਰੂ ਜੀ ਦੀ ਸਿਫਤ ਸਲਾਹ ਸਿਮਰਨ ਕਰਦਾ ਕੁਦਰਤੀ ਰਚੇ ਮੌਤ ਦੇ ਨੇਮ ਅਨੁਸਾਰ ਮਰਨਾ ਸੱਚ ਹੈ। ਦੂਸਰੇ ਧਰਮਾਂ ਦੇ ਇਨਸਾਨ ਨੂੰ ਲਾਲਚ ਦੇ ਕੇ ਜਾਂ ਡਰਾ ਧਮਕਾ ਕੇ ਉਸ ਦੀ ਇੱਛਾ ਦੇ ਉਲਟ ਧਰਮ ਤਬਦੀਲ ਕਰਨਾ ਜਾਂ ਕਰਾਉਣਾ ਝੂਠ ਹੈ ਅਤੇ ਜ਼ੁਲਮ ਹੈ। ਇਹੋ ਜ਼ੁਲਮ ਵਿਵਾਦ ਹੈ ਅਤੇ ਇਹੋ ਜ਼ੁਲਮ ਹੀ ਵਿਵਾਦ ਝਗੜਾ ਹੈ। ਰੰਗੇ ਨੇ ਇਹੋ ਕੰਮ ਕੀਤਾ। ਭਾਈ ਦਿਆਲਾ ਜੀ ਨੂੰ ਪਾਣੀ ਦੀ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ। ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅਗਨੀ ਭੇਟ ਕਰਕੇ ਸ਼ਹੀਦ ਕੀਤਾ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ 2 ਫਾੜ ਕਰਕੇ ਸ਼ਹੀਦ ਕੀਤਾ। ਭੈਦਾਇਕ ਮੌਤਾਂ ਦੇਖ ਕੇ ਖਬਰੇ ਮੁਸਲਮਾਨ ਬਣ ਜਾਵੇ, ਇੰਜ ਸੋਚ ਕੇ ਰੰਗਾ ਕਾਜੀ ਸਮੇਤ ਗੁਰੂ ਜੀ ਦੇ ਕੋਲ ਆਣ ਕੇ ਕਹਿਣ ਲੱਗਾ, ਰੰਗਾ, ਮੁਸਲਮਾਨ ਬਣੋ, ਨਮਾਜ਼ਾਂ ਕਰੋ ਅਤੇ ਕਲਮਾ ਪੜ੍ਹੋ। ਫਿਰ ਕਾਜੀ ਨੇ ਕਿਹਾ ਕਿ 5 ਨਮਾਜ਼ਾਂ ਇਹ ਹਨ, ਸਲਤੁਲ ਫਜਰ ਸੁਬਹ ਵੇਲੇ ਦੀ, ਸਲਤੋ ਜੋਹਰ ਦਿਨ ਢਲੇ ਦੀ, ਸਲਤੁਲ ਅਸਰ ਤੀਜੇ ਪਹਿਰ ਦੀ,
ਸਲਾਤੁਲ ਮਗਰਿਬ ਸ਼ਾਮ ਦੀ, ਸਲਤੁਲ ਇੱਛਾ ਖੁਫਤਨ ਸੌਣ ਵੇਲੇ ਦੀ। ਇਹ 5 ਨਮਾਜ਼ਾਂ ਹਨ। ਇਹਨਾਂ ਨੂੰ ਪੜ੍ਹੋ ਅਤੇ ਕਲਮਾ ਪੜ੍ਹੋ। ਗੁਰੂ ਜੀ ਨੇ ਆਖਿਆ, ਸਾਡੇ ਵੱਡੇ ਮਹਾਂਪੁਰਸ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਹੀ ਸਾਨੂੰ ਮੁਸਲਮਾਨੀ ਤਾਲੀਮ ਦਿੱਤੀ ਹੋਈ ਹੈ। ਅਸੀਂ ਉਸੇ ਤਾਲੀਮ ਅਨੁਸਾਰ ਉਸੇ ਤਾਲੀਮ ਅਨੁਸਾਰ ਸੰਸਾਰ ਵਿੱਚ ਵਿਚਰਦੇ ਹਾਂ। ਇਸ ਤਾਲੀਮ ਦੀਆਂ ਨਮਾਜ਼ਾਂ ਅਤੇ ਕਲਮਾ ਮਸੀਤ ਆਦਿ ਇਹ ਹਨ ਕਿ ਸ਼ਲੋਕ ਮਹੱਲਾ ਪਹਿਲਾ, ਮਿਹਰ ਮਸੀਤ ਸਿਦਕ ਮਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ ਸੀਲ ਰੋਜ਼ਾ, ਹੋ ਮੁਸਲਮਾਨ, ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਵਾਜ, ਤਸਬੀ ਸਾਤਿਸ ਭਾਵਸੀ, ਨਾਨਕ ਰੱਖੇ ਲਾਜ। 5 ਨਵਾਜ਼ਾਂ ਵਕਤ 5, ਪੰਜਾਂ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ, ਚੌਥੀ ਨੀਅਤ ਰਾਸਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਏ। ਤਾਂ ਗੁਰੂ ਜੀ ਨੇ ਆਖਿਆ ਕਿ ਜੋ ਕਿਸੇ ਲੋੜਵੰਦ ਗਰੀਬ 'ਤੇ ਤਰਸ ਕਰੇ, ਤਰਸ ਦੀ ਮਸੀਤ ਸਮਝੋ, ਅਤੇ ਜੋ ਨਮਾਜ਼ ਸਮੇਂ ਹੇਠ ਵਿਛਾਉਣ ਵਾਲਾ ਸਾਫ ਮਸੱਲਾ ਹੈ, ਨਿਸ਼ਚੇ ਦਾ ਮਸੱਲਾ ਸਮਝੋ। ਨੇਕੀ ਦੀ ਕਮਾਈ ਕੁਰਾਨ ਸ਼ਰੀਫ ਸਮਝੋ, ਅਤੇ ਸ਼ਰਮ ਲੱਜਾ ਨੂੰ ਸੁਨਤ ਸਮਝੋ। ਚੰਗਾ ਸੁਭਾਅ ਰੋਜ਼ਾ ਸਮਝੋ, ਨੇਕ ਚੱਲਣੀ ਕਾਬਾ ਸਮਝੋ। ਦਾਨ ਕਰਨ ਨੂੰ ਕਲਮਾ ਅਤੇ ਨਮਾਜ਼ ਸਮਝੋ। ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਤਸਬੀਹ ਸਮਝੋ। ਇਹਨਾਂ ਸ਼ੁਭ ਕਰਨੀਆਂ ਨਾਲ ਸੱਚਾ ਮੁਸਲਮਾਨ ਹੋਈਦਾ ਹੈ, ਨਹੀਂ ਤਾਂ ਸਾਰਾ ਕੂੜ ਹੈ, ਖਰਾਬ ਹੈ। 5 ਨਵਾਜ਼ਾਂ, ਪਹਿਲੀ ਨਵਾਜ਼ ਸੱਚ ਹੈ, ਦੂਜੀ ਹੱਕ ਹਲਾਲ, ਤੀਜੀ ਸਭ ਦੀ ਖੈਰ ਮੰਗਣਾ, ਅਤੇ ਚੌਥੀ ਸਾਫ ਨੀਅਤ, ਅਤੇ ਪੰਜਵੀਂ ਉਸ ਅੱਲਾ ਦੀ ਸਿਫਤ ਸਲਾਹ। ਇਸ ਪ੍ਰਕਾਰ ਭਾਵ ਸਵੇਰ ਵਾਲੀ ਪਹਿਲੀ ਨਵਾਜ਼ ਸੱਚ ਬੋਲਣਾ ਅਸੀਂ ਬੋਲਦੇ ਹਾਂ, ਦੂਜੀ ਹੱਕ ਦੀ ਕਿਰਤ ਕਰਨੀ ਸੋ ਅਸੀਂ ਕਰਦੇ ਹਾਂ, ਤੀਜੀ ਰੱਬ ਤੋਂ ਸਭ ਦੀ ਖੈਰ ਮੰਗਣੀ ਸੋ ਅਸੀਂ ਮੰਗਦੇ ਹਾਂ, ਚੌਥੀ ਨੀਅਤ ਸਾਫ ਰੱਖਣੀ, ਕਿਸੇ ਦਾ ਬੁਰਾ ਨਾ ਸੋਚਣਾ, ਸਰਬੱਤ ਦਾ ਭਲਾ ਮੰਗਣਾ ਸੋ ਅਸੀਂ ਮੰਗਦੇ ਹਾਂ, ਪੰਜਵੀਂ ਰੱਬ ਦੀ ਸਿਫਤ ਸਨਾਹ। ਸਨਾਹ ਅਰਬੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਖੁਦਾ ਦੀ ਸਿਫਤ ਕਰਨਾ, ਸਿਮਰਨ ਕਰਨੀ। ਇਹ ਸੋ ਅਸੀਂ ਕਰਦੇ ਹਾਂ। ਵਿਸ਼ੇ ਵਿਕਾਰਾਂ ਵੱਲੋਂ ਮਨ ਮੋੜ ਕੇ ਲੋਕ ਭਲਾਈ ਦੇ ਕੰਮ ਕਰਨੇ, ਭਾਵ ਸਮਾਜ ਸੇਵਾ ਵੱਲ ਮਨ ਲਾਉਣਾ, ਇਹੋ ਕਲਮਾ ਹੈ ਸੋ ਅਸੀਂ ਕਰਦੇ ਹਾਂ। ਇਤਨੀ ਸੁਣ ਕੇ ਕਾਜ਼ੀ ਨੇ ਕਿਹਾ, ਤੁਸੀਂ ਸੁਨਤ ਨਹੀਂ ਕਰਾਈ, ਇਹ ਕਰਾਓ। ਇਹੋ ਤੁਰਕ ਮੁਸਲਮਾਨ ਹੋਣ ਦਾ ਸਬੂਤ ਹੈ। ਗੁਰੂ ਜੀ ਨੇ ਉੱਤਰ ਦਿੱਤਾ, ਸੁਨਤ ਕੁਦਰਤ ਦੀ ਨੀਤੀ ਨਹੀਂ, ਸਮਾਜਿਕ ਰੀਤੀ ਹੈ। ਕਾਜੀ, ਸਾਡੇ ਧਰਮ ਦੀ ਸ਼ਰ੍ਹਾ ਹੈ, ਤੁਸੀਂ ਸਮਾਜਿਕ ਰੀਤੀ ਕਹਿੰਦੇ ਹੋ। ਗੁਰੂ ਜੀ ਨੇ ਕਿਹਾ, ਸਾਡੇ ਬਜ਼ੁਰਗਾਂ ਪੰਜਵੇਂ ਗੁਰੂ ਜੀ ਦੇ ਸੰਗ੍ਰਹਿ ਕੀਤੇ ਕਲਾਮ ਦੇ ਪਾਤਰ ਸੰਤ ਕਬੀਰ ਜੀ ਕਹਿੰਦੇ ਹਨ ਕਿ ਸਖਤ ਸਨੇਹ ਕਰ ਸੁਨਤ ਕਰੀਐ, ਮੈਂ ਨਾ ਬਦੂੰਗਾ ਭਾਈ, ਜੌਰੇ ਖਦਾਏ ਮੋਹਿ ਤੁਰਕ ਕਰੇਗਾ, ਆਪਨ ਹੀ ਕਟ ਜਾਈ, ਸੁਨਤ ਕੀਏ ਤੁਰਕ ਜੇ ਹੋਏਗਾ, ਔਰਤ ਕਾ ਕਿਆ ਕਰੀਏ, ਅਰਧ ਸਰੀਰੀ ਨਾਰ ਨਾ ਛੋਡੈ, ਤਨ ਤੈ ਹਿੰਦੂ ਹੀ ਰਹੀਏ।
ਇਹ 4 ਪੰਕਤੀਆਂ ਹਨ ਅਤੇ ਇਹਨਾਂ 4 ਪੰਕਤੀਆਂ ਜੋ ਪਹਿਲੀ ਪੰਕਤੀ ਹੈ ਉਹ ਕਹਿ ਰਹੀ ਹੈ ਕਿ ਤੁਸੀਂ ਕਾਮ ਵਾਸ਼ਨਾ ਦੀ ਪੂਰਤੀ ਲਈ ਔਰਤ ਦੇ ਵਸ ਹੋ ਕੇ ਮੋਹ ਵਿੱਚ ਹੋ ਕੇ ਸੁਨਤ ਕਰਾਉਂਦੇ ਹੋ। ਮੈਂ ਇਸ ਤੁਹਾਡੀ ਸ਼ਰ੍ਹਾ ਦੇ ਅਸੂਲਾਂ ਨੂੰ ਨਹੀਂ ਮੰਨੂਗਾ। ਦੂਜੀ ਪੰਕਤੀ ਕਹਿ ਰਹੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਮੁਹੰਮਦ ਜੀ ਦੀ ਸੁਨਤ ਖੁਦਾ ਨੇ ਕਰਕੇ ਭੇਜਿਆ ਸੀ। ਜੇਕਰ ਖੁਦਾ ਨੂੰ ਮੇਰੀ ਸੁਨਤ ਕਰਨੀ ਜ਼ਰੂਰੀ ਜਾਪੇਗੀ ਤਾਂ ਖੁਦਾ ਮੇਰੀ ਵੀ ਸੁਨਤ ਆਪੇ ਕਰ ਦੇਗਾ। ਤੀਜੀ ਪੰਕਤੀ ਕਹਿ ਰਹੀ ਹੈ ਕਿ ਜੇਕਰ ਸੁਨਤ ਕਰਨ ਨਾਲ ਇਨਸਾਨ ਮੁਸਲਮਾਨ ਬਣ ਜਾਂਦਾ ਹੈ, ਔਰਤ ਤਾਂ ਮੁਸਲਮਾਨਣੀ ਬਣੀ ਹੀ ਨਹੀਂ, ਕਿਉਂਕਿ ਤੁਹਾਡੀ ਸ਼ਰ੍ਹਾ ਕੋਲ ਔਰਤ ਨੂੰ ਮੁਸਲਮਾਨਣੀ ਬਣਾਉਣ ਦਾ ਕੋਈ ਅਸੂਲ ਨਹੀਂ ਹੈ, ਜਦ ਕਿ ਅਰਧ ਸਰੀਰੀ ਅਰਧੰਗੀ ਭਾਵ ਮਨੁੱਖ ਦੇ ਅੱਧੇ ਸਰੀਰ ਦੀ ਮਾਲਕ ਔਰਤ ਹੈ। ਕਿਹਾ ਜਾਂਦਾ ਹੈ ਕਿ ਖੁਦਾ ਨੇ ਬਾਬੇ ਆਦਮ ਦੀ ਪਸਲੀ ਕੱਢ ਕੇ ਔਰਤ ਪਤਨੀ ਬਣਾਈ ਸੀ। ਇਸ ਕਰਕੇ ਔਰਤ ਨੂੰ ਅਰਧ ਸਰੀਰੀ ਅਰਧ ਅੰਗੀ ਭਾਵ ਮਨੁੱਖ ਦੇ ਅੱਧੇ ਸਰੀਰ ਦੀ ਮਾਲਕ ਕਿਹਾ ਜਾਂਦਾ ਹੈ। ਇਹ ਬਾਈਬਲ ਦਾ ਮੱਤ ਹੈ। ਤੁਸੀਂ ਤਾਂ ਤੁਰਕ ਬਣ ਗਏ ਅਤੇ ਪਤਨੀ ਹਿੰਦਨੀ ਹੀ ਰਹੀ। ਇਹ ਚੌਥੀ ਪੰਕਤੀ ਕਹਿ ਰਹੀ ਹੈ ਕਿ ਤੁਸੀਂ ਤਾਂ ਤੁਰਕ ਬਣ ਗਏ, ਮੁਸਲਮਾਨ ਬਣ ਗਏ ਅਤੇ ਪਤਨੀ ਹਿੰਦਣੀ ਹੀ ਰਹੀ। ਪਤਨੀ ਤੋਂ ਬਗੈਰ ਸਮਾਜ ਅੱਗੇ ਨਹੀਂ ਤੁਰਦਾ, ਭਾਵ ਪੈਦਾਇਸ਼ ਨਹੀਂ ਹੁੰਦੀ। ਜਦ ਪੈਦਾਇਸ਼ ਨਹੀਂ ਹੁੰਦੀ ਤਾਂ ਅਸੀਂ ਔਰਤ ਨੂੰ ਸੰਸਾਰ ਦੇ ਵਾਧੇ ਲਈ ਛੱਡ ਨਹੀਂ ਸਕਦੇ। ਅਸਾਂ ਦੀ ਪਤਨੀ ਜੇ ਹਿੰਦਣੀ ਹੈ ਤਾਂ ਅਸੀਂ ਵੀ ਹਿੰਦੂ ਹੀ ਰਹਿਣ 'ਚ ਠੀਕ ਸਮਝਦੇ ਹਾਂ। ਉਕਤ ਵਿਚਾਰਾਂ ਅਧੀਨ ਗੁਰੂ ਜੀ ਕਿਹਾ, ਕਾਜੀ ਸਾਹਿਬ ਅਸੀਂ ਆਪਣੇ ਧਰਮ 'ਚ ਹੀ ਰਹਿਣਾ ਚਾਹੁੰਦੇ ਹਾਂ। ਰੰਗੇ ਨੇ ਕਿਹਾ, ਮੁਸਲਮਾਨ ਨਹੀਂ ਬਣਨਾ ਤਾਂ ਮੌਤ ਕਬੂਲ ਕਰੋ। ਗੁਰੂ ਜੀ ਕਿਹਾ, ਮੌਤ ਕਬੂਲ ਹੈ। ਬਸ ਫਿਰ ਕੀ ਸੀ। ਅਖੀਰੀ ਉਹ ਦਿਨ ਆ ਗਿਆ ਜਿਸ ਦਿਨ ਗੁਰੂ ਜੀ ਨੇ ਮਨੁੱਖਤਾ ਦਾ ਧਰਮ ਰੱਖਣ ਹਿਤ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ। ਬਚਿੱਤਰ ਨਾਟਕ ਬਾਣੀ ਵਿੱਚੋਂ। ਆਪਣੇ ਸਰੀਰ ਦਾ ਬਲੀਦਾਨ ਦੇ ਦਿੱਤਾ। ਜਲਾਦ ਨੇ ਖਲਕਤ ਲੋਕਾਂ ਸਾਹਮਣੇ ਤਲਵਾਰ ਦਾ ਵਾਰ ਕਰਕੇ ਸਿਰ ਨੂੰ ਧੜ ਨਾਲੋਂ ਵੱਖ ਕਰ ਦਿੱਤਾ। ਰੰਗਾ ਰੂਪੀ ਕੰਸ ਦੀ ਇਸ ਕਰਨੀ 'ਤੇ ਇੰਦਰ ਨੂੰ ਅਤਿਅੰਤ ਕ੍ਰੋਧ ਆਇਆ ਤਾਂ ਉਸਨੇ ਹਨੇਰੀ ਝੱਖੜ ਤੂਫਾਨ ਲੈ ਆਂਦਾ, ਜਿਸ ਕਾਰਨ ਸਭ ਲੋਕ ਆਪਣੇ ਆਪਣੇ ਬਚਾਓ ਵੱਲ ਹੋ ਤੁਰੇ। ਇਸ ਤੂਫਾਨ ਦੀ ਆੜ 'ਚ ਭਾਈ ਜੈਤਾ ਜੀ, ਜੀਵਨ ਸਿੰਘ ਜੀ ਨੇ ਬੜੇ ਸਤਿਕਾਰ ਨਾਲ ਗੁਰੂ ਜੀ ਦਾ ਸੀਸ ਚੁੱਕਿਆ ਅਤੇ ਅਨੰਦਪੁਰ ਵੱਲ ਰਵਾਨਾ ਹੋ ਗਿਆ। ਅਨੰਦਪੁਰ ਪਹੁੰਚ ਕੇ ਗੁਰਮਰਜ਼ਾਦਾ ਅਨੁਸਾਰ ਸਰੀਰ ਦਾ ਸੰਸਕਾਰ ਕੀਤਾ, ਸੀਸ ਦਾ ਸੰਸਕਾਰ ਕੀਤਾ ਗਿਆ। ਇਸ ਤੂਫਾਨ ਦੀ ਆੜ 'ਚ ਭਾਈ ਲੱਖੀ ਸ਼ਾਹ ਨੇ ਗੁਰੂ ਜੀ ਦਾ ਧੜ ਚੁੱਕਿਆ ਅਤੇ ਆਪਣੇ ਘਰ ਲਿਜਾ ਕੇ ਸੰਸਕਾਰ ਕਰ ਦਿੱਤਾ। ਤੂਫਾਨ ਬੰਦ ਹੋਏ ਤੋਂ ਸਿਰ ਧੜ ਦੀ ਭਾਲ ਕੀਤੀ। ਸਿਰ ਧੜ ਨਾ ਮਿਲਣ 'ਤੇ ਰੰਗੇ ਨੇ ਘਬਰਾ ਕੇ ਕਿਹਾ, ਫੜੋ ਫੜੋ, ਕਿੱਥੇ ਗਿਆ ਕਿੱਥੇ ਗਿਆ। ਕੀ ਕਿਹਾ? ਗਾਇਬ ਹੋ ਗਿਆ? ਨਹੀਂ ਨਹੀਂ, ਭੱਜ ਗਿਆ। ਤੁਸੀਂ ਵੱਢਿਆ ਨਹੀਂ, ਸ਼ਹੀਦ ਨਹੀਂ ਕੀਤਾ। ਜਲਾਦ ਨੇ ਕਿਹਾ, ਜੀ ਸਾਰਿਆਂ ਦੇ ਸਾਹਮਣੇ ਤਲਵਾਰ ਦਾ ਵਾਰ ਕਰਕੇ ਸਿਰ ਨੂੰ ਧੜ ਨਾਲੋਂ ਜੁਦਾ ਕੀਤਾ। ਐਲਕਾਰਾਂ ਵੀ ਇਹੋ ਹੀ ਕਿਹਾ, ਜੀ ਅਸਾਂ ਦੇ ਸਾਹਮਣੇ ਅਸਾਂ ਦੇ ਕੋਲ ਹੁੰਦਿਆਂ ਸਿਰ ਨੂੰ ਧੜ ਨਾਲੋਂ ਵੱਖ ਕੀਤਾ। ਰੰਗਾ, ਨਹੀਂ ਨਹੀਂ, ਤੁਸੀਂ ਨਹੀਂ ਜਾਣਦੇ ਇਸ ਛਲੀਏ ਨੂੰ। ਜਦ ਮੈਂ ਮਥੁਰਾ 'ਚ ਰਾਜ ਕਰਦਾ ਸੀ ਤਾਂ ਉਦੋਂ ਕਿਹਾ ਦੇਵਕੀ ਦਾ ਪੁੱਤਰ ਹੋ ਕੇ ਤੈਨੂੰ ਮਾਰੂ। ਫਿਰ ਕਿਹਾ ਦੇਵਕੀ ਦਾ ਗਰਭਪਾਤ ਹੋ ਗਿਆ। ਫਿਰ ਕਿਹਾ ਕੰਨਿਆ ਹੋਈ। ਜਦ ਮੈਂ ਕੰਨਿਆ ਦਾ ਵਧ ਕਰਿਆ ਤਾਂ ਕੰਨਿਆ ਮਰਦੀ ਨੇ ਕਿਹਾ, ਜਿਸ ਨੇ ਤੈਨੂੰ ਮਾਰਨਾ ਉਹ ਤਾਂ ਗੋਕਲ 'ਚ ਪਲਦਾ। ਇਸੇ ਤਰ੍ਹਾਂ ਇਹ ਵੀ ਕਿਤੇ ਨਾ ਕਿਤੇ ਜ਼ਰੂਰ ਪਲਦਾ ਹੋਵੇਗਾ। ਪਤਾ ਕਰੋ ਕਿੱਥੇ ਪਲਦਾ। ਸੂਬਾ ਸਰਹੰਦ ਨੇ ਪਤਾ ਕਰਕੇ ਕਿਹਾ, ਜੀ ਆਨੰਦਪੁਰ 'ਚ ਪਲਦਾ। ਸੁਣ ਕੇ ਰੰਗੇ ਕਿਹਾ, ਇਹਦਾ ਵੀ ਕੋਈ ਪਤਾ ਨਹੀਂ ਲੱਗਦਾ ਛਲੀਏ ਦਾ। ਤਾਂ ਹੀ ਤਾਂ ਮੈਂ ਛਲੀਆ ਕਹਿੰਦਾ।
ਕਦੇ ਗੋਕੁਲ 'ਚ ਪਲਦਾ, ਕਦੇ ਬਿੰਦਰਾਬਨ 'ਚ ਪਲਦਾ, ਅਖੇ ਹੁਣ ਪਲਦਾ ਪੂਰੀ ਆਨੰਦਪੁਰ 'ਚ। ਨਿਗਾਹ ਰੱਖਿਓ ਇਹਦੇ 'ਤੇ, ਇਹਦੀਆਂ ਹਰਕਤਾਂ 'ਤੇ। ਲੋੜ ਪੈਣ 'ਤੇ ਮੈਨੂੰ ਤਤਪਰ ਉਸੇ ਵੇਲੇ ਖਬਰ ਕਰਿਓ। ਬਾਕੀ ਅਗਲੀ ਕਿਸ਼ਤ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।